ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਰਾਮਦਾਸ ਰਾਖੋ ਸਰਨਾਈ। ਧੰਨ ਵਾਹਿਗੁਰੂ। ਧੰਨ ਵਾਹਿਗੁਰੂ। ਧੰਨ ਧੰਨ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਜੀ, ਛਤਰ ਚਬਰ ਦੇ ਮਾਲਕ, ਜਿਨ੍ਹਾਂ ਦੀ ਪਾਰ ਕਿਰਪਾ ਦਾ ਸਦਕਾ ਰਹਿਮਤ ਹੋਈ ਹੈ, ਤਰਸ ਪਿਆ ਮਿਹਰਮਤ ਹੋਈ। ਸਤਿਗੁਰ ਸੱਜਣ ਮਿਲਿਆ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਦੇ ਪਿਆਰ ਨੂੰ ਧਾਰਨ ਕਰੀਏ, ਬੁਲਾਈਏ ਫਤਿਹ, ਲਵਾਈਏ ਹਾਜ਼ਰੀ। ਸਤਿਗੁਰਾਂ ਦੀ ਪਾਰ ਕਿਰਪਾ ਹੋਈ ਹੈ, ਰਹਿਮਤ ਹੋਈ ਹੈ। ਪਿਆਰ ਦੇ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਦਰ ਤੇ ਆਏ ਹੈ। ਸੰਧਿਆ ਦਾ ਸਮਾਂ ਪ੍ਰਾਪਤ ਹੋਇਆ ਇਸ ਜ਼ਿੰਦਗੀ ਦੇ ਵਿੱਚ, ਮਨੁੱਖਾ ਦੇਹੀ ਦੇ ਵਿੱਚ। ਸਮੇਂ ਦੀ ਕਦਰ ਕਰਨ ਵਾਸਤੇ ਇਹ ਮਨੁੱਖਾ ਦੇਹੀ ਜੀਵਨ ਪ੍ਰਾਪਤ ਹੋਇਆ ਹੈ ਸਾਨੂੰ ਜੀਵਨ। ਇਹ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਹ ਵਾਰੀ, ਇਹ ਸਮਾਂ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਤਾ। ਇਹ ਵਾਰੀ, ਇਹ ਸਮਾਂ ਹੋਇਆ ਹੈ। ਪਾਤਸ਼ਾਹ ਜੀ ਨੇ ਸਾਨੂੰ ਹੋਰ ਦਰਸਾਉਣਾ ਕੀਤਾ ਹੈ, ਰਹਿਮਤ ਰੱਬ ਦੀ ਹੋਈ ਹੈ ਕਿ ਸਾਡੀ ਜਿਹੜੀ ਪਹਿਲੀ ਦਸ਼ਾ ਸੀ ਨਾ, ਇਹ ਮਨੁੱਖਾ ਦੇਹੀ ਤੋਂ ਪਹਿਲਾਂ ਬੜੀ ਭੈੜੀ ਦਸ਼ਾ ਦਾ ਵਰਣਨ ਕੀਤਾ ਹੈ ਸਤਿਗੁਰੂ ਨੇ ਆਪਣੇ ਪਿਆਰੇ ਬੋਲਾਂ ਦੇ ਵਿੱਚ। ਹੇ ਵਾਹਿਗੁਰੂ, ਤੁਸੀਂ ਜਾਣਦੇ ਹੋ ਕਿ ਸਾਡਾ ਹਾਲ ਕੀ ਹੈ ਤੇ ਕੀ ਸੀ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣੋ ਆਪੇ।
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੂਕੈ ਸਭ ਸੋਗ ਸੰਤਾਪੇ। ਉਹ ਸਮਾਂ ਵਾਹਿਗੁਰੂ ਆਪ ਜੀਆਂ ਨੂੰ ਪਤਾ ਹੈ, ਅਸੀਂ ਰੁਲਦੇ ਫਿਰਦੇ ਸਾਂ। ਇਸ ਕਰਕੇ ਆਪ ਜੀਆਂ ਦੀ ਕਿਰਪਾ ਦੁਆਰਾ ਸਾਨੂੰ ਸੋਹਣਾ ਜੀਵਨ ਮਿਲਿਆ ਹੈ ਤੇ ਸੋਹਣਾ ਆਪ ਜੀਆਂ ਦਾ ਦਰਬਾਰ ਮਿਲਿਆ ਹੈ, ਦਰ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਰਪਾ ਕਰੋ ਸਾਡਾ ਜੀਵਨ ਆਪ ਜੀਆਂ ਦੇ ਚਰਨਾਂ ਨਾਲ ਜੁੜ ਜਾਵੇ, ਸਾਡੇ ਮਨ ਵਿੱਚ ਬਰਕਤ ਵਾਹਿਗੁਰੂ ਜੀ ਪੈ ਜਾਵੇ। ਸੰਧਿਆ ਦੇ ਸਮੇਂ ਅਸੀਂ ਵਕਤ ਦੀ ਸੰਭਾਲ ਕਰੀਏ। ਅਸੀਂ ਸੋਦਾ ਰਹਿਰਾ ਸਾਹਿਬ ਜੀ ਦੇ ਪਿਆਰੇ ਬੋਲ ਸਰਵਣ ਕੀਤੇ ਹੈ। ਕੀਰਤਨ ਦੇ ਰਾਹੀਂ ਸਤਿਗੁਰੂ ਜੀ ਆਪ ਜੀ ਦਾ ਪਿਆਰ ਪ੍ਰਾਪਤ ਹੋਇਆ ਹੈ। ਗੋਬਿੰਦ ਮਿਲਣ ਕੀ ਹੀ ਤੇਰੀ ਬਰੀਆ। ਇਹ ਸਮਾਂ ਸਾਡੇ ਤੋਂ ਖੁੰਝੇ ਨਾ, ਇਹ ਸਮਾਂ ਸਾਡੇ ਤੋਂ ਦੂਰ ਨਾ ਜਾਵੇ। ਸਾਡਾ ਜੀਵਨ ਇਸ ਸਮੇਂ ਦੇ ਰਾਹੀਂ ਆਪ ਜੀ ਦੀ ਕਥਾ ਕੀਰਤਨ ਵਡਿਆਈ ਦੇ ਨਾਲ ਜੁੜ ਕੇ ਆਪਣੀ ਵਾਰੀ ਨੂੰ ਸੰਭਾਲੇ। ਇਹ ਤੇਰੀ ਬਰੀਆ, ਇਹ ਵਕਤ ਨੂੰ ਸੰਭਾਲੇ, ਵਾਰੀ ਨੂੰ ਸੰਭਾਲ ਲਵੇ। ਇਹ ਮਨੁੱਖਾ ਜੀਵਨ ਸਤਿਗੁਰੂ ਜੀ ਆਪ ਜੀ ਦੇ ਤਰਸ ਕਰਕੇ ਸਾਨੂੰ ਪ੍ਰਾਪਤ ਹੋਇਆ ਹੈ। ਆਪਾਂ ਅਰਦਾਸ ਕਰੀਏ। ਅਸੀਂ ਕੱਲ ਗੁਰੂ ਦੇ ਚਰਨਾਂ ਵਿੱਚ ਜੁੜ ਕਰਕੇ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਨੂੰ ਵਿਚਾਰਿਆ, ਪੜ੍ਹਿਆ ਤੇ ਸ਼ਹੀਦਾਂ ਦੇ ਦਿਨ ਨੂੰ ਨਕ ਨਮਸਤਕ ਹੋ ਕਰਕੇ ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ ਮਨਾਇਆ ਗਿਆ। ਬੜਾ ਸੋਗਮਈ ਦਿਨ, ਬੜਾ ਦੁੱਖਾਂ ਭਰਿਆ ਦਿਨ ਹੈ। ਜੇ ਅਸੀਂ ਅੰਦਰ ਜਾ ਕੇ ਗੁਰੂ ਦੇ ਉਸ ਦਰਦ ਨੂੰ ਵੇਖਦੇ ਹਾਂ ਤੇ ਸੱਚ ਮੁੱਚ ਸਾਨੂੰ ਸੁਰਤੀ ਕੇ ਮਾਰਗ ਚੱਲ ਕੇ ਵਾਲੀ ਖੇਡ ਦੇ ਰਾਹੀਂ ਜੋ ਅਸੀਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਾਹਮਣੇ ਸਭ ਕੁਝ ਸਾਨੂੰ ਨਜ਼ਰ ਆਉਂਦਾ ਹੈ। ਕਿਸ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਉਹਨਾਂ ਜ਼ਾਲਮਾਂ ਦੇ ਉਸ ਕਾਤਲਾਨਾ ਥਾਂ ਦੇ ਉੱਤੇ ਕਿਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ। ਉਹ ਸਾਨੂੰ ਕੋਹਲੂ ਘਲਾੜੀ ਵੀ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਆਪਣੇ ਪਰਿਵਾਰ ਨੂੰ ਵਾਰੀ-ਵਾਰੀ ਸ਼ਹਾਦਤ ਦਾ ਜਾਮ ਪਿਲਾ ਰਹੇ ਹਨ। ਸਾਨੂੰ ਬਾਬਾ ਟੋਡਰਮੱਲ ਜੀ ਵੀ ਮੋਹਰਾਂ ਵਿਛਾਉਂਦੇ, ਸੋਨੇ ਦੀਆਂ ਮੋਹਰਾਂ ਵਿਛਾਉਂਦੇ ਨਜ਼ਰ ਆ ਸਕਦੇ। ਸਾਨੂੰ ਸੁਰਤ ਉੱਥੇ ਲੈ ਕੇ ਜਾਣੀ। ਆਹ ਦਿਨ ਸ਼ਹੀਦੀਆਂ ਦੇ ਚੱਲ ਹੀ ਰਹੇ ਨੇ। ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਇਸ ਵਿਚਾਰ ਨੂੰ ਇੱਥੇ ਸੰਪੰਨ ਕਰ ਦੇਣਾ ਹੈ। ਕੱਲ ਅਸੀਂ ਭੋਗ ਪਾ ਕੇ ਜਕਾਰੇ ਛੱਡ ਦਿੱਤੇ ਨੇ, ਸ਼ਹੀਦੀ ਸਮਾਗਮ ਮਨਾ ਲਿਆ। ਇਸ ਨੂੰ ਯਾਦ ਨੂੰ ਤਾਜ਼ਾ ਰੱਖਣਾ, ਸਾਡਾ ਜੀਵਨ ਅੱਗੇ ਚੱਲੇ, ਅੱਗੇ ਵਧੇ, ਰੁਕੇ ਨਾ। ਵਿਚਾਰ ਰੁਕ ਗਈ ਜੀਵਨ ਵਿੱਚੋਂ ਤੇ ਜੀਵਨ ਰੁਕ ਗਿਆ ਤੇ ਜੀਵਨ ਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਚੱਲਦਾ ਹੈ। ਚੱਜਦਾ ਇਹਨੇ ਚੱਲਣਾ ਹੈ, ਕਿਸੇ ਹੋਰ ਰਸਤੇ ਨਾਲ ਪੈ ਜਾਵੇ। ਅਸੀਂ ਹਰ ਰੋਜ਼ ਵਿਚਾਰਾਂ ਦੀ ਸਾਂਝ ਕਰਕੇ ਪ੍ਰਭੂ ਭਗਤੀ ਦਾ ਜਿੱਥੇ ਉਪਦੇਸ਼ ਸਰਵਣ ਕਰਦੇ ਹਾਂ, ਜੀਵਨ ਵਿੱਚ ਧਾਰਨ ਕਰਦੇ ਹਾਂ, ਉੱਥੇ ਨਾਲ ਨਾਲ ਇਸ ਠੰਡ ਸੀਤ ਤੋਂ, ਇਸ ਮਹੀਨੇ ਤੋਂ, ਇਸ ਮੌਸਮ ਤੋਂ ਅਸੀਂ ਨਾਲ ਨਾਲ ਬਾਪੂ ਗੁਰਦੇਵ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੇ ਸੋਹਣੇ ਲਾਡਲੇ ਪੁੱਤਰ ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂੰ ਅਸੀਂ ਧਾਰਨ ਕਰਨਾ। ਇਹ ਨਹੀਂ ਹੈ ਕਿ ਇਤਿਹਾਸ ਇੱਥੇ ਰੁਕ ਗਿਆ ਹੈ, ਇਤਿਹਾਸ ਅੱਗੇ ਚਲਿਆ ਗਿਆ ਹੈ, ਹੁਣ ਆਪਾਂ ਇੱਥੋਂ ਹੋਰ ਨਹੀਂ। ਅਜੇ ਇਹ ਇਤਿਹਾਸ ਲੰਬੇਰਾ ਚੱਲੇਗਾ। ਇਸ ਲੰਬੇਰੇ ਇਤਿਹਾਸ ਨੂੰ ਅਸੀਂ ਜਿੱਥੇ ਕਿ ਸਰਹੰਦ ਦੇ ਵਿੱਚ
ਅਥਾਹ ਸਾਧਤਾਂ ਦਿੱਤੀਆਂ ਸਾਹਿਬਜ਼ਾਦਿਆਂ ਨੇ। ਉੱਥੇ ਅਸੀਂ ਨੂਰੇ ਮਾਹੀ ਦੇ ਰਾਹੀਂ ਉਹ ਸੁਨੇਹਾ ਵੀ ਰਾਏ ਕੱਲੇ ਦੇ ਘਰ ਵਿੱਚ ਬਾਜਾਂ ਵਾਲਾ ਬੈਠਦਾ ਹੈ, ਕਲਗੀਆਂ ਵਾਲਾ ਬੈਠਦਾ ਹੈ। ਰਾਏ ਕੱਲੇ ਨੂੰ ਇਹ ਗੱਲ ਕਹਿੰਦਾ ਹੈ ਕਿ ਕੋਈ ਬੰਦਾ ਭੇਜੋ, ਛੋਟੇ ਸਾਹਿਬਜ਼ਾਦਿਆਂ ਦੇ ਬਾਰੇ, ਮਾਤਾ ਜੀ ਬਾਰੇ ਕੋਈ ਖਬਰ ਲੈ ਕੇ ਆਏ। ਇੰਨੀ ਕੁ ਤਾਂ ਖਬਰ ਦਾ ਪਤਾ ਲੱਗਾ ਹੈ ਕਿ ਸੂਬਾ ਸਰਹੰਦ ਜਿਹੜਾ ਆ ਉਹਦੀ ਕੈਦ ਵਿੱਚ ਸਾਡੇ ਮਾਤਾ ਜੀ ਤੇ ਸਾਡੇ ਨਿੱਕੇ ਛੋਟੇ ਪੁੱਤਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਆ, ਉੱਥੇ ਬੈਠੇ ਹੋਏ ਆ। ਪਾਤਸ਼ਾਹ ਰਾਏ ਕੱਲੇ ਦਾ ਇੱਕ ਨੌਕਰ, ਮੱਝੀਆਂ ਚਰਾਉਣ ਵਾਲਾ, ਘਰ ਕੰਮ ਕਰਨ ਵਾਲਾ ਰਾਏ ਕੱਲਾ ਜੀ ਉਹਨਾਂ ਨੂੰ, ਆਪਣੇ ਨੂਰੇ ਮਾਹੀ ਨੂੰ ਸਾਹਮਣੇ ਉਹ ਬੁਲਾਉਂਦਾ ਹੈ ਕਿ ਨੂਰਿਆ, ਸਾਹਿਬ ਦਾ ਹੁਕਮ ਸੁਣ, ਤੈਨੂੰ ਹੁਣ ਸਰਹੰਦ ਜਾਣਾ ਪੈਣਾ। ਫਰਤੀਲਾ ਬੜਾ ਸੀ, ਜੋਸ਼ੀਲਾ ਬੜਾ ਸੀ, ਕਿਰਤ ਕਰਕੇ ਸਰੀਰ ਬੜਾ ਸਟਰੋਂਗ ਸੀ ਤੇ ਧੜਾਕਲ ਬਹੁਤ ਜ਼ਿਆਦਾ ਸੀਗਾ, ਦੌੜਦਾ ਬਹੁਤ ਜ਼ਿਆਦਾ ਸੀ। ਇਸ ਕਰਕੇ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਰਾਏ ਕੱਲੇ ਨੇ ਆਪਣੇ ਨੌਕਰ ਨੂੰ, ਨੂਰੇ ਮਾਹੀ ਨੂੰ ਇਸ ਤਰ੍ਹਾਂ ਸੱਦਾ ਦੇ ਕੇ ਸਰਹੰਦ ਵਾਲੇ ਬੰਨੇ ਨੂੰ ਤੋਰਿਆ ਹੈ। ਇੰਨਾ ਕੁ ਜਿਹੜਾ ਆਪਾਂ ਇਤਿਹਾਸ ਵਿਚਾਰਿਆ, ਇਹਨੂੰ ਅੱਗੇ ਹੋਰ ਤੋਰਾਂਗੇ। ਸਮੇਂ ਵਿੱਚ ਸੀਮਤ ਰਹਿ ਕੇ ਗੁਰੂ ਕੀਰਤੀ ਦਾ ਵਿਖਿਆਨ ਕਰ ਲਈਏ। ਸਤਿਗੁਰੂ ਜੀ ਕਿਰਪਾ ਕਰਨ, ਇਸ ਵਿਖਿਆਨ ਦੇ ਰਾਹੀਂ ਅਸੀਂ ਪ੍ਰਭੂ ਦੀ ਉਸ ਦਾਤ ਨੂੰ ਪ੍ਰਾਪਤ ਕਰ ਲਈਏ, ਜਿਸ ਦਾਤ ਦੇ ਕਰਕੇ ਅਸੀਂ ਇਸ ਸੰਸਾਰ ਵਿੱਚ ਵਾਹਿਗੁਰੂ ਪ੍ਰਭੂ ਪਰਮਾਤਮਾ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਣਾ ਹੈ ਤੇ ਗੁਰੂ ਦੇ ਨਾਮ ਦਾ ਖਜ਼ਾਨਾ, ਗੁਰੂ ਦੇ ਇਤਿਹਾਸ ਨੂੰ ਅਸੀਂ ਜੀਵਨ ਤਲ ਦੇ ਪੱਧਰ ਤੇ ਟਿਕਾਉਣਾ ਹੈ। ਜਿਹੜਾ ਸਾਡਾ ਮਨ ਹੋਰ ਬੰਨੇ ਦੌੜਦਾ ਏ, ਕਿਤੇ ਗੁਰੂ ਕਿਰਪਾ ਕਰ ਦੇਵੇ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਵਿਕ। ਕਿਨਕਾ ਭਰਵੇ ਪੂਰਾ ਜ਼ਿੰਦਗੀ ਦਾ ਸਮਾਂ ਬਤੀਤ ਕਰਦਿਆਂ ਕਰਦਿਆਂ ਜੇ ਜੀਵਨ ਵਿੱਚ ਵਸ ਗਿਆ, ਵੱਡੀਆਂ ਵਡਿਆਈਆਂ ਦੀਆਂ ਦਾਤਾਂ ਪਾਤਸ਼ਾਹ ਸਾਨੂੰ ਬਖਸ਼ ਦੇਵੇਗਾ। ਸਾਡਾ ਜੀਵਨ ਤਲ ਦੇ ਉੱਤੇ ਟਿਕ ਜਾਵੇਗਾ। ਚੱਲ ਰਹੀ ਲੜੀਵਾਰ ਸਤਿਗੁਰੂ ਜੀ ਦੇ ਪਿਆਰ ਵਿੱਚ ਕਥਾ 818 ਅੰਗ ਤੇ ਅੰਕਿਤ ਹੈ। ਰਾਗ ਬਿਲਾਵਲ, ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਪਾਤਸ਼ਾਹ ਜੀ ਨੇ ਸਾਨੂੰ ਬੜਾ ਸੁਖਾਲਾ ਜਿਹਾ ਜੀਵਨ, ਰੱਬ ਦੀ ਬੰਦਗੀ, ਰੱਬ ਦਾ ਸਿਮਰਨ, ਪ੍ਰਭੂ ਦਾ ਪਿਆਰ ਪ੍ਰਾਪਤ ਕਰਨ ਵਾਸਤੇ ਇਹਨਾਂ ਸ਼ਬਦਾਂ ਦੇ ਰਾਹੀਂ, ਵਿਚਾਰ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦਾ ਤਰੀਕਾ ਸਮਝਾਇਆ ਹੈ। ਜੋੜਿਆ ਹੈ, ਆਪ ਜੁੜੇ ਨੇ ਤੇ ਸਾਨੂੰ ਜੋੜਿਆ। ਸਾਡਾ ਗੁਰੂ ਹੈ ਨਾ, ਗੁਰੂ ਨੂੰ ਤਰਸ ਹੁੰਦਾ ਹੈ। ਗੁਰੂ ਤਾਰਨਹਾਰਾ ਹੈ, ਗੁਰੂ ਤਾਰਨਹਾਰੇ ਦਾ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਆਪ ਪ੍ਰਵਾਨ। ਜੋ ਉਹਨੂੰ ਪਾਉਂਦਾ ਹੈ, ਜੋ ਗੁਰੂ ਨੂੰ ਪਾਉਂਦਾ ਹੈ, ਉਹ ਪਰਮੇਸ਼ਰ ਨੂੰ ਪਾਉਂਦਾ ਹੈ। ਇੱਕੋ ਹੀ ਰੂਪ ਨੇ ਗੁਰੂ ਤੇ ਪਰਮੇਸ਼ਰ। ਸਰਗੁਣ ਵਿੱਚ ਗੁਰੂ ਬਣ ਕੇ ਆਇਆ ਗੁਰੂ ਨਾਨਕ ਸਾਹਿਬ ਜੀ, ਤੇ ਨਿਰਗੁਣ ਵਿੱਚ ਉਹੋ ਹੀ ਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਇੱਕੋ ਹੀ ਹੈ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ। ਸੁਰਤ ਨੂੰ, ਸੋਚ ਨੂੰ, ਵਿਚਾਰ ਨੂੰ ਅਸੀਂ ਗੁਰੂ ਸ਼ਬਦ ਨਾਲ ਜੋੜੀਏ। ਬਿਲਾਵਲ, ਮਹੱਲਾ ਪੰਜਵਾਂ। ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁਖ ਠਾਓ। ਗੁਝਾ ਭੇਦ ਜਿਹੜਾ ਹਰ ਰੋਜ਼ ਸਾਡੇ ਨਾਲ ਵਾਪਰਦਾ ਹੈ, ਸਾਡਾ ਮਨ ਨਹੀਂ ਲੱਗਦਾ। ਗੁਰੂ ਦੇ ਦਰ ਤੇ ਆਣ ਕੇ ਸੰਗਤ ਵਿੱਚ
ਪ੍ਰਭੂ ਦੇ ਨਾਲ ਜੁੜਦਾ ਨਹੀਂ। ਪਾਤਸ਼ਾਹ ਜੀ ਇਸ ਸਾਡੇ ਜੀਵਨ ਤਲ ਤੋਂ ਗੱਲ ਕਰਦੇ ਨੇ ਕਿ ਹੇ ਭਾਈ, ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਪ੍ਰਭੂ ਦੇ ਗੁਣਾਂ ਨੂੰ ਗਾਇਆ ਕਰ। ਜਿਸ ਤਲ ਤੋਂ, ਜਿਸ ਜਗ੍ਹਾ ਤੋਂ ਤੇਰਾ ਮਨ ਉੱਠ ਕੇ ਭੱਜ ਜਾਂਦਾ ਹੈ, ਸਰੀਰ ਤੇਰਾ ਇਸ ਜਗ੍ਹਾ ਤਲ ਤੇ ਹੈ ਤੇ ਮਨ ਤੇਰਾ ਕਿਤੇ ਦੂਰ ਜਾ ਰਿਹਾ ਹੈ, ਇਸ ਤਲ ਤੇ ਇੱਥੇ ਗੁਰੂ ਦੇ ਦਰ ਤੇ ਇੱਥੋਂ ਸਿੱਖਿਆ ਜੀ, ਇੱਥੇ ਮਨ ਟਿਕਿਆ ਤੇ ਫਿਰ ਇੱਥੇ ਮਨ ਟਿਕੇਗਾ। ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਗੁਰੂ ਦੇ ਦਰ ਤੇ ਇਸ ਤਲ ਤੇ ਟਿਕਿਆ ਹੋਇਆ, ਟਿਕ ਕੇ ਸ਼ਬਦ ਦੀ ਵਿਚਾਰ ਸਰਵਣ ਕੀਤੀ, ਧਾਰਨ ਕੀਤੀ। ਜਿਹੜਾ ਭੱਜ ਜਾਂਦਾ ਹੈ, ਜੇ ਤੂੰ ਪ੍ਰਭੂ ਦਾ ਸਿਮਰਨ ਕਰੇਗਾ ਨਾ, ਸਿਮਰਨ ਕਰਿਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ, ਪਰਮਾਤਮਾ ਦੇ ਗੁਣ ਸੁਣਿਆ ਕਰ, ਗਾਇਆ ਕਰ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਪ੍ਰਭੂ। ਰੋਮ ਰੋਮ ਵਿੱਚ ਅਡੋਲਤਾ ਬਣ ਜਾਵੇਗੀ, ਰੋਮ ਰੋਮ ਵਿੱਚੋਂ ਵਾਹਿਗੁਰੂ 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 ਦਾ ਉਚਾਰਨ ਹੋਵੇਗਾ। ਬਿਨਾ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਧਿਆਨ ਰੱਖੀ ਇਸ ਤਲ ਦੇ ਉੱਤੇ ਜੁੜਨ ਦਾ। ਜਿਹੜੇ ਜੁੜ ਗਏ ਨੇ ਉਹ ਪਰਮੇਸ਼ਰ ਸਰੂਪ ਹੋ ਗਏ ਨੇ, ਪਰਮਾਤਮਾ ਵਰਗੇ ਹੋ ਗਏ ਨੇ। ਹਰ ਕਾ ਸੇਵਕ ਸੋ ਹਰਿ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇ। ਪ੍ਰਭੂ ਦੇ ਗੁਣ ਗਾਇਆ ਕਰ, ਪ੍ਰਭੂ ਨਾਲ ਸੁਰਤ ਜੋੜਿਆ ਕਰ, ਜੁੜਿਆ ਕਰ। ਕੁਛ ਕੁ ਸਮਾਂ ਮਿਲਦਾ ਹੈ ਨਾ ਵਾਹਿਗੁਰੂ ਦੇ ਤਰਸ ਦੁਆਰਾ, ਤੇ ਤੂੰ ਪ੍ਰਮਾਤਮਾ ਦੇ ਹੇ ਭਾਈ ਸ਼ਬਦ ਨਾਲ ਜੁੜਿਆ ਕਰ। ਸਹਿਜੇ ਸਹਿਜੇ ਤੇਰੇ ਜੀਵਨ ਵਿੱਚ ਸਿਮਰਨ ਆ ਜਾਵੇਗਾ। ਨਾਠਾ ਦੁੱਖ ਠਾਓ, ਜ਼ਿੰਦਗੀ ਦਾ ਸੁਭਾਅ ਬਦਲਿਆ, ਸਿਮਰਨ ਵਿੱਚ ਮਨ ਜੁੜਨ ਲੱਗ ਗਿਆ। ਉਹ ਜਿਹੜਾ ਦੁੱਖਾਂ ਦਾ ਮਾਰਿਆ ਭੰਨਿਆ ਹੋਇਆ ਜੀਵਨ ਆਤਮਿਕ ਤੌਰ ਤੇ ਸੀ ਨਾ, ਅੰਦਰਲੇ ਤਲ ਤੋਂ ਟੁੱਟਾ ਸੀ, ਇੱਥੇ ਦਰਦ ਆਣ ਕੇ ਵੀ ਮਨ ਨਹੀਂ ਜੁੜਿਆ। ਨਾਠੇ ਦਾ ਅਰਥ ਇਹ ਆ ਕਿ ਉਹ ਸਾਰਾ ਕੁਝ ਬਦਲ ਜਾਊ। ਗੁਰੂ ਦੇ ਦਰ ਦੇ ਉੱਤੇ ਤੇਰਾ ਮਨ ਇਕਾਗਰਤਾ ਪ੍ਰਾਪਤ ਕਰੇਗਾ, ਜੁੜ ਜਾਵੇਗਾ, ਸੁਭਾਅ ਬਦਲਣਾ ਹੈ। ਜੇ ਗੁਰੂ ਦੇ ਦਰ ਦੇ ਉੱਤੇ ਆਣ ਕੇ ਸਿਮਰਨ ਨੂੰ ਸਰਵਣ ਕਰੇਗਾ, ਸਿਮਰਨ ਵਿੱਚ ਸੁਰਤ ਜੋੜੇਗਾ, ਤੇ ਤੇਰਾ ਇੱਥੇ ਆਣ ਕੇ ਮਨ ਜੁੜੂ, ਸ਼ਬਦ ਨੂੰ ਧਾਰਨ ਕਰੇਗਾ। ਭਾਵ ਦੂਸਰਾ ਆਖਿਆ ਕਿ ਉਹ ਜੀਵਨ ਹੀ ਤੇਰਾ ਬਦਲ ਜਾਊ। ਤੇ ਜਿਹੜਾ ਮਨ ਭੱਜਣ ਵਾਲਾ ਆ, ਉਹਦੇ ਵਿੱਚੋਂ ਜਿਹੜੇ ਭਜਾਉਣ ਵਾਲੇ ਨੇ ਨਾ, ਕਾਰਨ ਇਹਦੇ ਵਿੱਚ ਤੁਹਾਨੂੰ ਲੱਭਣਾ ਪਊ, ਜਿਨ੍ਹਾਂ ਦਾ ਕਰਕੇ ਮਨ ਕਦੇ ਕਬਹੂ ਜੀ ਅੜਾਊ ਬਚੜਤ ਹੈ, ਕਬਹੂ ਜਾਏ ਪਿਆਲੈ, ਕਬਹੂ ਜੀ ਅੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾ ਫਲ। ਉਹ ਸੁਭਾਅ ਬਦਲ ਟਕਾਓ, ਉਹ ਨੱਠ ਜਾਊਗੀ, ਉਹ ਖੇਡ ਉਹ ਜੀਵਨ ਵਿੱਚੋਂ ਦੂਰ ਚਲੇ ਜਾਵੇ। ਇਹ ਇੱਕ ਦੁੱਖ ਹੈ ਤੇ ਇਹ ਬੜੀ ਵੱਡੀ ਤੇਰੇ ਜੀਵਨ ਵਿੱਚ ਕਲੇਸ਼ ਹੈ, ਜਿਹਦੇ ਬਾਰੇ ਤੂੰ ਕਦੇ ਮਨ ਸੋਚਿਆ ਹੀ ਨਹੀਂ। ਹੈ ਭਾਈ, ਤੂੰ ਕਦੇ ਸੋਚਿਆ ਹੀ ਨਹੀਂ ਕਿ ਤੂੰ ਤਾਂ ਇੱਥੇ ਬੈਠਾ ਹੈ, ਮਨ ਤੇਰਾ ਬਾਹਰ ਤੁਰਿਆ ਫਿਰਦਾ, ਮਨ ਹੋਰ ਦਾ ਰਿਹਾ। ਤੂੰ ਮਨ ਦੇ ਸੁਭਾਅ ਨੂੰ ਬਦਲਣ ਵਾਸਤੇ ਆਪਣੇ ਜੀਵਨ ਦੇ ਅੰਦਰ ਕਦੇ ਝਾਤ ਨਹੀਂ ਮਾਰੀ। ਬੰਦੇ ਖੋਜ ਦਿਲ ਹਰ ਰੋਜ਼ ਖੁਜਿਆ ਕਰ। ਸੰਗਤ ਵਿੱਚ ਆਣ ਕੇ ਦਿਲ ਨੂੰ ਤੇ ਖੋਜਣਾ ਹੈ, ਮਨ ਹੀ ਤੇ ਵਿਚਾਰਨਾ ਹੈ, ਸੁਰਤ ਹੀ ਤੇ ਵਿਚਾਰਨੀ ਹੈ ਕਿ ਮੈਂ ਕੀ ਹੈ। ਸੁਣੋ ਰੇ ਤੂੰ ਕੌਣ। ਗੁਰੂ ਸਾਹਿਬ ਕਹਿੰਦੇ ਸੁਣੋ, ਤੁਸੀਂ ਹੈ ਕੌਣ ਹੋ। ਇਹ ਸੰਸਾਰ ਦੇ ਲੋਕੋ, ਤੁਸੀਂ ਕੌਣ ਹੋ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਕਿੱਥੋਂ ਆਇਆ ਭਾਈ। ਨਹੀਂ ਕਦੇ ਦੂਸਰੇ ਨੂੰ ਪੁੱਛਦਾ ਮਨੁੱਖ, ਭਾਈ ਕਿੱਥੋਂ ਆਇਆ ਹੈ, ਕਿੱਥੋਂ ਦੇ ਰਹਿਣ ਵਾਲਾ ਹੈ, ਕੀ ਕਰਦਾ। ਬੜੀ ਸੁੱਖ ਸੰਦ ਸੰਸਾਰ ਦੇ ਲੋਕ ਇੱਕ ਦੂਜੇ ਨੂੰ ਮਿਲਾਪ ਵਧਾਉਣ ਵਾਸਤੇ ਪੁੱਛਦੇ, ਦੁੱਖ ਸੁੱਖ ਪੁੱਛਦੇ, ਬਹੁਤ ਪੁੱਛਦੇ ਹੈ। ਸਾਹਿਬ ਦਾ ਫਰਮਾਨ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ। ਮੂਲ ਪਛਾਣ ਜਿੱਥੇ ਲੋਕਾਂ ਨੂੰ ਪੁੱਛਦਾ, ਉੱਥੇ ਆਪਣੇ ਆਪ ਨੂੰ ਪੁੱਛਿਆ ਕਰ।
ਆਪਣੇ ਆਪ ਨੂੰ ਮੈਂ ਪੁੱਛਿਆ ਕਰ ਕਿ ਤੂੰ ਕੌਣ ਹੈ, ਤੂੰ ਕੌਣ ਹੈ। ਏਤੀ ਨਾ ਜਾਣੋ ਕੇਤੀ ਕ ਮੁਦਤ ਚਲਤੇ ਖਬਰ ਨਾ ਪਾਇਓ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੀ ਲੇਖੀ। ਮੁਦਤਾਂ ਦਾ ਹੈ ਜੀਵ ਤੂੰ ਵਿਛੜਿਆ ਹੋਇਆ ਹੈ, ਇਸ ਖਬਰ ਨਹੀਂ ਲਈ, ਇਸ ਬਨੇ ਧਿਆਨ ਨਹੀਂ, ਦੂਸਰਿਆਂ ਨੂੰ ਪੁੱਛਿਆ, ਦੂਸਰਿਆਂ ਨੂੰ ਭੁੱਲਿਆਂ ਨੂੰ ਰਾਹ ਪਾਇਆ ਹੈ, ਪਰ ਆਪ ਖੁਦ ਭੁੱਲਿਆ ਫਿਰਦਾ। ਉਹ ਥਾਨ ਦੀ ਪ੍ਰਾਪਤੀ ਤੈਨੂੰ ਇਸ ਕਰਕੇ ਨਹੀਂ ਹੋਈ। ਇੱਕ ਕਿਣਕਾ ਭਰ ਵੀ ਹੁਣ ਤੱਕ ਸਾਰੀ ਜ਼ਿੰਦਗੀ ਗੁਰੂ ਦੇ ਦਰ ਤੇ ਹਾਜ਼ਰੀਆਂ ਲਾਈਆਂ, ਆਪਣਾ ਭਲਾ ਲੋੜਦਾ ਰਿਹਾ ਹੈ, ਪਰ ਜਿਹੜਾ ਲੋੜਦਾ ਰਿਹਾ ਹੈ ਭਲਾ, ਉਹ ਭਲਾ ਤਾਂ ਕਰਵਾਇਆ ਨਹੀਂ, ਕਿਉਂ ਕਿਣਕਾ ਜੀਵ ਵਿੱਚ ਨਹੀਂ ਵਸਿਆ। ਕੇਵਲ ਅਰਦਾਸਾਂ ਤੱਕ ਸੀਮਤ ਰਹਿ ਗਏ, ਸੋਚ ਨੂੰ ਨਹੀਂ ਮੋੜਿਆ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬੌੜ ਨਾ ਧਾਉ। ਸਹਿਬ ਦਾ ਹੁਕਮ। ਆਸਣ ਟਿਕਾਣਾ, ਵਿਸਰਾਮ ਦਾ ਅਰਥ ਹੈ ਟਿਕਾਣਾ। ਜੇ ਤੂੰ ਸੰਗਤ ਵਿੱਚ ਆਣ ਕੇ ਜੁੜ ਜਾਵੇਂ, ਪ੍ਰਭੂ ਭਗਤੀ ਵਿੱਚ ਜੁੜ ਜਾਵੇਂ, ਤੇ ਤੈਨੂੰ ਵਿਸ਼ਰਾਮ ਮਿਲੇਗਾ, ਤੇਰੀ ਆਤਮਾ ਨੂੰ ਸਕੂਨ ਮਿਲੇਗਾ। ਗੁਰੂ ਦਾ ਸ਼ਬਦ, ਗੁਰੂ ਦੀ ਬੰਦਗੀ, ਗੁਰੂ ਦਾ ਪਿਆਰ ਭਾਈ ਤੇਰੇ ਜੀਵਨ ਵਿੱਚ ਵਸੇਗਾ। ਜੇ ਨਾ ਵਸਿਆ ਤੇ ਗੁਰੂ ਦੇ ਦਰ ਤੇ ਪ੍ਰਵਾਨਗੀ ਨਹੀਂ ਮਿਲਣੀ। ਜੇ ਜੀਵਨ ਨੂੰ ਟਿਕਾਣਾ ਲੱਭਾ, ਸਰੀਰ ਨੂੰ ਟਿਕਾਣਾ ਤੂੰ ਸੋਹਣਾ ਦੇ ਦਿੱਤਾ ਹੈ। ਗਰਮੀ ਦੇ ਸਮੇਂ ਠੰਡ ਤੇ ਠੰਡ ਦੇ ਸਮੇਂ ਤੂੰ ਗਰਮੀ ਪੈਦਾ ਕਰ ਲਈ ਹੈ, ਸਰੀਰ ਨੂੰ ਸੁੱਖ, ਪਰ ਆਤਮਾ ਵਿਸ਼ਰਾਮ ਦੇ ਵਿੱਚ ਨਹੀਂ ਹੈ। ਆਤਮਾ ਬਿਲਕੁਲ ਭੜਕੀ ਹੋਈ ਹੈ। ਅੰਦਰ ਤੰਦੂਰ ਮਚਦਾ ਹੈ ਵਿਕਾਰਾਂ ਦਾ, ਈਰਖਾ ਦਾ, ਦੋਈ ਦਵੈਤ ਦਾ, ਦੂਸਰੇ ਨੂੰ ਨੀਵਾਂ ਵਿਖਾਉਣ ਦਾ ਤੰਦੂਰ ਮਚ ਰਿਹਾ ਹੈ। ਇਹ ਵਿਸ਼ਰਾਮ ਵਿੱਚ ਨਹੀਂ ਹੈ। ਇਸ ਜੀਵਨ ਵਿੱਚ ਤੂੰ ਆਪ ਵਿਸ਼ਰਾਮ ਵਿੱਚ ਜਾਣਾ ਸੀ, ਟਿਕਾਣੇ ਤੇ ਜਾਣਾ ਸੀ, ਰੱਬ ਦਾ ਨਾਮ ਜਪ ਕੇ। ਪਹਿਲੀਆਂ ਪੰਕਤੀਆਂ ਵਿੱਚ ਆਪਾਂ ਪਹਿਲੀ ਪੰਕਤੀ ਦੇ ਵਿੱਚ ਪੜ੍ਹਿਆ ਹੈ, ਸਿਮਰਨ ਦੀ ਗੱਲ ਕੀਤੀ ਹੈ ਕਿ ਸਿਮਰਿਆ ਕਰ ਤੇ ਫਿਰ ਤੂੰ ਵਿਸ਼ਰਾਮ ਪਾਏਗਾ। ਵਿਸ਼ਰਾਮ ਪਾਏ ਮਿਲ ਸਾਧ ਸੰਗ, ਸਾਧ ਸੰਗਤ ਦੇ ਵਿੱਚ ਮਿਲ ਕੇ ਉਸ ਵਿਸ਼ਰਾਮ ਦੀ ਪ੍ਰਾਪਤੀ ਕਰਕੇ ਤੈਨੂੰ ਅਸਲੀ ਤੇਰੀ ਜ਼ਿੰਦਗੀ ਦਾ ਮੁਕਾਮ ਪ੍ਰਾਪਤ ਹੋਏ, ਜਿਹਦੇ ਵਾਸਤੇ ਤੂੰ ਸੰਸਾਰ ਵਿੱਚ ਮਨੁੱਖਾ ਜੀਵਨ ਲੈ ਕੇ ਆਇਆ ਹੈ। ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੌੜ ਨਾ ਕੋਈ ਹੋ ਫੇਰਾ। ਮਹਿਲ ਸਰੂਪ ਪਰਮਾਤਮਾ ਦੇ ਘਰ ਵਿੱਚ, ਰੱਬ ਦੇ ਵਿੱਚ ਮਲਾਪ, ਰੱਬ ਦੇ ਨਾਲ ਭੇਦ ਹੋ ਜਾਣਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸੁਬਾਨਾ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬੌੜ ਨਾ ਧਾਉ। ਭੱਜਣੋਂ ਰੁਕ ਜਾਵੇਂਗਾ, ਟਿਕ ਜਾਵੇਂਗਾ, ਤੇਰਾ ਸੰਸਾਰ ਵਿੱਚ ਜੰਮਣਾ ਬੰਦ ਹੋ ਜੂ ਤੇ ਮਰਨਾ ਹੋਵੇਗਾ ਨਹੀਂ। ਜੰਮ ਜੰਮ ਮਰੇ, ਧਾਉਣਾ ਭੱਜੇ ਫਿਰਨਾ। ਜੇ ਇਸ ਜੀਵਨ ਵਿੱਚ ਭੱਜਾ ਫਿਰਦਾ ਤੇ ਅਗਲੇ ਜੀਵਨ ਵਿੱਚ ਵੀ ਤੈਨੂੰ ਉਹੋ ਜਿਹਾ ਜੀਵਨ ਮਿਲਣਾ ਹੈ। ਫਿਰ ਤੂੰ ਇਹ ਵਿਸ਼ਰਾਮ ਜਿਹੜਾ ਇਸ ਮਨੁੱਖਾ ਜੀਵਨ ਵਿੱਚ ਪਾਵੇਂਗਾ ਨਾ, ਉਹਨਾਂ ਜੀਵਨਾਂ ਵਿੱਚ ਨਹੀਂ ਹੈ। ਉੱਥੇ ਤੈਨੂੰ ਟਿਕਾਓ ਨਹੀਂ ਮਿਲਣਾ, ਤੂੰ ਕਿਸੇ ਦੇ ਅਧੀਨ ਹੋਵੇਗਾ। ਇਸ ਜੀਵਨ ਵਿੱਚ ਤੈਨੂੰ ਹੀ ਮਨੁੱਖ ਜੀਵ ਵੜਿਆ, ਪ੍ਰਮਾਤਮਾ ਨੇ ਵਡਿਆਈ ਦਿੱਤੀ ਹੈ। ਜੀਵ ਤੈਨੂੰ ਦਿੱਤੀ ਹੈ, ਤੈਨੂੰ 84 ਲੱਖ ਦਾ ਬਾਦਸ਼ਾਹ ਬਣਾਇਆ ਤੇ ਤੂੰ ਧੌਣੋਂ ਹਟ ਜਾ, ਭਾਵ ਕਿ ਭੱਜਣੋਂ ਹਟ ਜਾ, ਭੜਕਣੋਂ ਹਟ ਜਾ ਤੇ ਵਿਸ਼ਰਾਮ ਪਾ ਟਿਕਾਣੇ ਦਿੱਤੇ। 184 ਜੋਨੋ ਪਾਈ, ਮਾਨਸ ਕਉ ਪ੍ਰਭ ਧੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸਵਾਏ ਜਾਏ ਦੁੱਖ ਪਾਏਂਦਾ। ਇਹ ਪੌੜੀ ਜੀਵਨ ਦੀ ਹੈ। ਘੁੱਟ ਕੇ ਪਕੜ ਲਾ, ਪਲ ਪਲ ਕਰਕੇ, ਦਿਨ ਕਰਕੇ, ਰਾਤ ਕਰਕੇ ਇਹ ਹੱਥੋਂ ਨਿਕਲਦੀ ਜਾ ਰਹੀ ਹੈ ਜੀਵਨ ਦੀ ਪੌੜੀ। ਫਿਰ ਅਹਿਲਾ ਜਨਮ ਗਵਾਵਣਿਆਂ ਵਾਲੀ ਜੀ ਖੇਡ ਬਣ ਗਈ। ਜੀਵਨ ਵਿੱਚ ਕਮਾਇਆ ਨਾ, ਟਿਕਾਓ ਨਾ ਆਇਆ ਤੇ ਫਿਰ ਰੱਬ ਦੇ ਨਾਲ ਤੇਰਾ ਮਿਲਾਪ ਨਹੀਂ ਹੋਣਾ। ਤੇ ਫਿਰ ਤੂੰ ਉਸੇ ਹੀ ਮਾਲ ਉੱਤੇ, ਉਸੇ ਬੈਲਟ ਰੂਟ ਤੇ ਚੜ ਜਾਵੇਂਗਾ। ਫਿਰ ਤੇਰੇ ਜੰਮਣ ਤੇ ਮਰਨ ਦੇ ਗੇੜੇ ਲੱਗਣਗੇ। ਪਾਤਸ਼ਾਹ ਕਿਰਪਾ ਕਰੇ, ਰਹਿਮਤ ਕਰੇ, ਬਖਸ਼ਿਸ਼ਾਂ ਕਰੇ,
ਕਿ ਸਾਡੇ ਜੀਵਨ ਵਿੱਚ ਪ੍ਰਭੂ ਭਗਤੀ ਦੀਆਂ ਪਾਈਆਂ ਬਾਤਾਂ ਵਸ ਜਾਣ ਤੇ ਸਾਡੇ ਜੀਵਨ ਨੂੰ ਉਹ ਮੁਕਾਮ ਹਾਸਲ ਹੋ ਜਾਵੇ ਜਿਸ ਕਰਕੇ ਅਸੀਂ ਸੰਸਾਰ 'ਚ ਆਏ ਹਾਂ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮੁਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਬੇਅੰਤ ਭੁੱਲਾਂ ਦੀ ਮਾਫੀ, ਬੁਲਾਈਏ ਪਿਆਰ ਨਾਲ ਫਤਿਹ। ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।